अस्सलाम वालेकुम जी एंड प्यार भरी सत श्री अकाल आदाब। मैं हाँ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਮੰਟਿਕਾ ਸਿਟੀ ਕੈਲੀਫੋਰਨੀਆ ਸਟੇਟ USA। ਜੀ ਹਾਂ ਜੀ, ਅਸੀਂ ਤੁਹਾਨੂੰ ਪਿਛਲੇ 1 ਸਾਲ ਤੋਂ ਰਣਜੀਤ ਨਿਗਾਰਾ ਜੋ ਸਰਵਿਸ ਨਿਭਾ ਰਿਹਾ ਹੈ, ਸੇਵਾ ਨਿਭਾ ਰਿਹਾ ਹੈ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਹਾ ਬਾਬਾ ਗੁਰੂ ਨਾਨਕ ਸਾਹਿਬ ਤੇ ਅਸੀਂ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਮੰਥਲੀ 2-3 ਰਿਪੋਰਟਸ ਜਿਹੜੀਆਂ ਨੇ ਉਹ ਦਿੰਦੇ ਹਾਂ ਕਿ ਘਰ ਸੇਵਾ ਜਿਹੜੀ ਹੈ ਉਹ ਕਿੰਨੀ ਕੁ ਹੋਈ ਹੈ। ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਗੁਰੂ ਘਰ ਦੇ ਵਿੱਚ ਐਕਸਟਰਨਲ ਜਿੰਨਾ ਵੀ ਕੰਮ ਸੀ, ਜਿੰਨਾ ਵੀ ਸਟੂਕੋ ਵਰਕ ਸੀ ਜਾਂ ਜਿੰਨਾ ਵੀ ਤੁਸੀਂ ਕਹਿ ਲਵੋ ਫਰੰਟ ਫੈਸਾਡ ਜਿਹੜਾ ਰਾਈਟ ਫੈਸਾਡ ਜਿਹੜਾ ਲੈਫਟ ਫੈਸਾਡ ਉਹ ਸਾਰਾ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ। ਯਾਨੀ ਕਿ ਬਿਲਡਿੰਗ ਜਿਹੜੀ ਹੈ ਉਹ ਪ੍ਰੀਜ਼ਰਵ ਹੋ ਚੁੱਕੀ ਹੈ ਅਗਲੇ 150 ਸਾਲ ਵਾਸਤੇ। ਠੀਕ ਹੈ ਜੀ, ਤੇ ਅਸੀਂ ਤਾਂ ਸਭ ਤੋਂ ਪਹਿਲੇ ਤਾਂ ਸ਼ੁਕਰੀਆ ਅਦਾ ਕਰਨੇ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਵਾਕੂਏਟਰਸ ਪ੍ਰਾਪਰਟੀ ਬੋਰਡ ਦਾ ਔਰ ਨਾਲ ਹੀ ਨਾਲ ਜਗਤ ਸੰਗਤ ਦਾ ਵੀ ਕਿ ਜਿਨ੍ਹਾਂ ਨੇ ਉਸ ਆਵਾਜ਼ ਦੇ ਉੱਤੇ ਹਾਮੀ ਭਰੀ ਔਰ ਰਣਜੀਤ ਨਿਗਾਰਾ ਦੇ ਨਾਲ ਖੜੇ ਹੋ ਕੇ ਇਹਨਾਂ ਨੇ ਇਹ ਸੇਵਾ ਜਿਹੜੀ ਸੀ ਉਹ ਸ਼ੁਰੂ ਕਰਵਾਈ। ਅਤੇ ਗੁਰਪਿਆਰੀ ਸੰਗਤ ਜੀ, ਪਿਆਰੇ ਸਰੋਤਿਓ, ਦੇਖਣ ਵਾਲਿਓ ਸਾਰਿਓ ਕਿ ਵਰਲਡ ਹੈਰੀਟੇਜ ਡੇ ਜਿਹੜਾ ਹੈ ਜਿਸ ਤਰ੍ਹਾਂ ਕਿ ਇਹ ਵੀਕ ਪੂਰਾ ਸੈਲੀਬਰੇਟ ਕੀਤਾ ਜਾ ਰਿਹਾ ਹੈ ਅਤੇ ਮੈਂ ਕਹਾਂਗਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਹੈਰੀਟੇਜ ਦਾ ਇੱਕ ਖੂਬਸੂਰਤ ਹਿੱਸਾ ਜਿਹੜਾ ਉਹ ਰੀਸਟੋਰ ਹੋ ਗਿਆ ਔਰ ਹੁਣ ਅੰਦਰ ਦਾ ਕੰਮ ਸ਼ੁਰੂ ਹੋ ਗਿਆ ਜਿਹੜਾ ਕਿ ਮੇਨ ਬਾਰੀਕੀ ਦਾ ਕੰਮ ਹੈ। ਕਾਫੀ ਜਗ੍ਹਾ 'ਤੇ ਪਲਸਤਰ ਕੀਤਾ ਜਾਏਗਾ, ਕਾਫੀ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਸਟੂਕੋ ਵਰਕ ਕੀਤਾ ਜਾਏਗਾ ਔਰ ਫਿਰ ਫਾਈਨ ਲਾਈਨ ਜਿਹੜੀ ਹੈ ਉਹਦੀ ਤੈਅ ਵਿਛਾਈ ਜਾਏਗੀ ਤਾਂ ਕਿ ਤੁਸੀਂ ਜਿਹੜੀ ਓਰੀਜਨਲ ਲੁੱਕ ਜਿਹੜੀ ਦੇਖਣਾ ਚਾਹੁੰਦੇ ਹੋ 200 ਸਾਲ ਪੁਰਾਣੀ ਉਹ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗੀ। ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਸਾਰਾ ਕੰਮ ਤਾਂ ਹੋ ਗਿਆ ਮੁਕੰਮਲ। ਹੁਣ ਜਿਹੜੀ ਤੁਸੀਂ ਦੇਖੋ ਕਿ ਲੇਬਰ ਤੁਹਾਨੂੰ ਉੱਤੇ ਲੱਗੀ ਹੋਈ ਨਜ਼ਰ ਆ ਰਹੀ ਹੈ ਛੱਤ ਦੇ ਉੱਤੇ। ਛੱਤ ਦੇ ਉੱਤੇ ਕੀ ਹੋ ਰਿਹਾ ਕਿ ਗੁੰਬਦ ਵਾਲਾ ਹਿੱਸਾ ਔਰ 4 ਗੁੰਮਟੀਆਂ ਜਿਹੜੀਆਂ ਬਣਨੀਆਂ ਨੇ, ਯਾਨੀ ਕਿ ਇੱਕ ਪਾਲਕੀ ਬਣਨੀ ਹੈ, 4 ਗੁੰਮਟੀਆਂ ਬਣਨੀਆਂ ਨੇ, ਉਹਨਾਂ ਦੀਆਂ ਜਿਹੜੀਆਂ ਨੇ ਉਹਦੇ ਉੱਤੇ ਵਰਕ ਹੋ ਰਿਹਾ। ਚੱਲਦੇ ਹਾਂ ਅੰਦਰ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵੀ ਕੀ ਲਾਸਟ ਟਾਈਮ ਤੁਹਾਨੂੰ ਦਿਖਾਇਆ ਸੀ ਅਸੀਂ। ਕਾफ़ੀ ਚੀਜ਼ਾਂ ਉਸ ਵੇਲੇ ਹੋਣ ਵਾਲੀਆਂ ਸਨ, ਕੁਛ ਹੋ ਰਹੀਆਂ ਸਨ। ਠੀਕ ਹੈ ਜੀ, ਉਹ ਮੁਕੰਮਲ ਹੋਈਆਂ ਨੇ ਤਾਂ ਉਹ ਦੱਸਦੇ ਹਾਂ ਤੁਹਾਨੂੰ ਕਿਹੜੇ ਫੀਚਰਸ ਜਿਹੜੇ ਨੇ ਬਿਲਕੁਲ ਮੁਕੰਮਲ ਹੋ ਚੁੱਕੇ ਨੇ ਔਰ ਕਿੰਨਾ 'ਤੇ ਕੰਮ ਚੱਲ ਰਿਹਾ। ਅਤੇ ਚੱਲਦੇ ਹਾਂ ਅੰਦਰ ਜੀ। ਤੁਸੀਂ ਦੇਖ ਸਕਦੇ ਹੋ ਕਿ ਫਰੰਟ ਜਿਹੜਾ ਫੈਸਾਡ ਹੈ ਬਿਲਕੁਲ ਮੁਕੰਮਲ ਹੋ ਚੁੱਕਿਆ ਹੈ। ਤੁਹਾਨੂੰ ਅਸੀਂ ਪਹਿਲੇ ਵੈਸਟ ਸਾਈਡ ਤੋਂ ਦਿਖਾਇਆ, ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਾਰਥ ਵਾਲੀ ਸਾਈਡ ਤੋਂ। ਅਗਰ ਤੁਸੀਂ ਉੱਤੇ ਦੇਖੋ ਤਾਂ ਇਹ ਸਾਈਡ ਦੇ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ ਕਿ ਦਾਇਰਾਸ਼ਾਹੀ ਆਰਕ ਜਿਹੜੀ ਹੈ ਉਹ ਬਿਲਕੁਲ ਪੂਰੀ ਦੀ ਪੂਰੀ ਹੋ ਚੁੱਕੀ ਹੈ। ਉਹਦੇ ਵਿੱਚ ਹੁਣ ਕੋਈ ਕੰਮ ਬਾਕੀ ਨਹੀਂ ਹੈ। ਉਸ ਤੋਂ ਬਾਅਦ ਤੁਸੀਂ ਉੱਤੇ ਅਗਰ ਜੋਤ ਜਲਾਉਣ ਦੀ ਜਗ੍ਹਾ ਦੇਖੋ, ਤੁਸੀਂ ਆਲੇ ਦੇਖੋ, ਉੱਤੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਨੇ ਉਹ ਵੀ ਮੁਕੰਮਲ ਹੋ ਚੁੱਕੇ ਨੇ। ਸੋ ਇਹ ਜਿਹੜੀ ਲਾਸਟ ਟਾਈਮ ਅਸੀਂ ਤੁਹਾਨੂੰ ਦਿਖਾਇਆ ਤਾਂ ਇੱਥੇ ਹਲੇ ਕੰਮ ਚੱਲ ਰਿਹਾ ਸੀ, ਫਾਈਨਲ ਟੱਚਿਸ ਜਿਹੜੇ ਸਨ ਚੱਲ ਰਹੇ ਸਨ। ਇਹੀ ਸਾਈਡ ਅਗਰ ਤੁਸੀਂ ਦੇਖੋ ਤਾਂ ਈਸਟ ਵਾਲੀ ਸਾਈਡ ਦੇ ਉੱਤੇ ਵੀ ਤੁਹਾਨੂੰ ਅਗਰ ਚੜ੍ਹਦੇ ਵਾਲੇ ਪਾਸੋਂ ਤੁਸੀਂ ਜਾ ਕੇ ਵਿਖਾਓ ਅਤੇ ਉੱਧਰਲੇ ਪਾਸੋਂ ਵੀ ਸੇਮ ਇਸੇ ਤਰ੍ਹਾਂ ਹੀ ਤੁਹਾਨੂੰ ਪੂਰਾ ਕੰਮ ਕੀਤਾ ਹੋਇਆ ਨਜ਼ਰ ਆ ਜਾਏਗਾ। ਇਹ ਉਹ ਏਰੀਆ ਜਿਹੜਾ ਕਿ ਸਭ ਤੋਂ ਜ਼ਿਆਦਾ ਖ਼ਰਾਬ ਏਰੀਆ ਸੀ, ਜਿੱਥੇ ਸਭ ਤੋਂ ਜ਼ਿਆਦਾ ਸੇਵਾ ਦੀ ਲੋੜ ਸੀ। ਦੇਖੋ ਬੈਰੂਨ ਹੁਣ ਕੰਮ ਜਿਹੜਾ ਤੁਹਾਨੂੰ ਥੋੜ੍ਹਾ ਬਹੁਤ ਜਿਹੜਾ ਨਜ਼ਰ ਆ ਰਿਹਾ ਖਿੜਕੀਆਂ ਦੇ ਵਿੱਚੋਂ, ਇਹ ਅੰਦਰ ਦਾ ਕੰਮ ਹੈ, ਇਹ ਬਾਰੀਆਂ ਦਾ ਕੰਮ ਹੈ। ਠੀਕ ਹੈ ਜੀ, ਇਹ ਬਾਰੀਆਂ ਦੇ ਵਿੱਚੋਂ ਇਹ ਕੰਮ ਹੋਣਾ। ਸੋ ਆਪਾਂ ਜਿਹੜਾ ਬਾਹਰ ਵਾਲਾ ਕੰਮ ਤੁਸੀਂ ਕਹਿ ਰਹੇ ਹਾਂ ਤਾਂ ਇਸ ਵੇਲੇ ਤੁਹਾਨੂੰ ਫਸਟ ਫਲੋਰ ਔਰ ਸੈਕਿੰਡ ਫਲੋਰ ਤੱਕ, ਗਰਾਊਂਡ ਫਲੋਰ ਤੱਕ ਸਾਰਾ ਦਾ ਸਾਰਾ ਕੰਮ ਜਿਹੜਾ ਉਹ ਮੁਕੰਮਲ ਹੋ ਚੁੱਕਿਆ ਹੈ। ਗੋਆਂ ਇਸ ਲਈ ਨਹੀਂ ਖੋਲੀਆਂ ਕਿਉਂਕਿ ਟੌਪ ਫਲੋਰ 'ਤੇ ਜਿਹੜੀਆਂ ਗੁੰਮਟੀਆਂ ਲੱਗ ਰਹੀਆਂ ਨੇ ਉਹਨਾਂ ਦੇ ਖੜ੍ਹੇ ਹੋਣ ਵਾਸਤੇ ਹੋਰ ਕੋਈ ਥਾਂ ਨਹੀਂ ਹੈ, ਵਰਨਾ ਤੁਹਾਨੂੰ ਜਿਹੜੀ ਦਿੱਖ ਹੈ ਅਸਲ ਗੁਰੂ ਘਰ ਦੀ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਣੀ ਹੈ ਜੀ। ਠੀਕ ਹੈ ਜੀ, ਅਤੇ ਚੱਲਦੇ ਹਾਂ ਅੰਦਰ ਜੀ, ਅੰਦਰ ਚੱਲਦੇ ਹਾਂ ਹੁਣ। ਤਾਂ ਤੁਹਾਨੂੰ ਫਿਰ ਦਿਖਾਉਂਦੇ ਹਾਂ ਅਸੀਂ ਕਿ ਕੁਛ ਹਿੱਸੇ ਜਿਹੜੇ ਸਨ ਉਹ ਲੱਗ ਰਹੇ ਸਨ ਉਸ ਵੇਲੇ ਲਾਸਟ ਟਾਈਮ ਜਦੋਂ ਅਸੀਂ ਤੁਹਾਨੂੰ ਹੁਣ ਆਲਮੋਸਟ ਕਹਿ ਲਵੋ ਤੁਸੀਂ ਕਿ ਜਿਹੜਾ ਗਰਾਊਂਡ ਫਲੋਰ ਹੈ ਇਹਦੀ ਸਾਰੀ ਵਾਲਸ ਦਾ ਜਿਹੜਾ ਕੰਮ ਹੈ ਉਹ ਹੋ ਚੁੱਕਿਆ ਹੈ। ਹੁਣ ਸਿਰਫ ਔਰ ਸਿਰਫ ਫਸਟ ਫਲੋਰ ਦੇ ਉੱਤੇ ਜਿੱਥੇ ਕਿ ਤੁਹਾਨੂੰ ਅਸੀਂ ਦਿਖਾਉਂਦੇ ਸੀ ਕਿ ਇੱਥੇ ਕੰਮ ਜਿਹੜਾ ਬਾਕੀ ਹੈ, ਉਹ ਫਸਟ ਫਲੋਰ ਵਾਲਾ ਵੀ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ। ਯਾਨੀ ਕਿ ਗਰਾਊਂਡ ਫਲੋਰ ਦਾ ਓਵਰਆਲ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਪਲਾਸਟਰ ਵਰਕ ਸੀ ਉਹ ਸਾਰਾ ਦਾ ਸਾਰਾ ਉਹ ਖਤਮ ਹੋ ਚੁੱਕਿਆ। ਹੁਣ ਇਸ ਤੋਂ ਬਾਅਦ ਇਹਦੇ 'ਤੇ ਇੱਕ ਹੋਰ ਲੇਅਰ ਆਏਗੀ। ਇਹ ਮੁਕੰਮਲ ਆਰਚ ਉਸ ਵੇਲੇ ਲੱਗ ਰਹੀ ਸੀ। ਇਸ ਤੋਂ ਬਾਅਦ ਜਿੱਥੋਂ ਕਿ
ਗੁਰੂ ਮਹਾਰਾਜ ਦੇ ਸਰੂਪ ਦੀ ਸਵਾਰਾ ਸਾਹਿਬ ਕਰਕੇ ਜਾਇਆ ਜਾਂਦਾ ਸੀ। ਉਸ ਜਗ੍ਹਾ ਦਾ ਕੰਮ ਜਿਹੜਾ ਸੀ ਫਾਈਨਲ ਟੱਚਿਸ ਦੇ ਵਿੱਚ ਹੋ ਰਿਹਾ ਸੀ। ਇਹ ਗਲੀ ਵੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਲੱਗਦਾ ਹੀ ਨਹੀਂ ਹੈ ਕਿ ਕਦੀ ਇਸ ਤਰ੍ਹਾਂ ਹੁੰਦੀ ਸੀ। ਤੁਸੀਂ ਦੇਖੋ ਉੱਤੇ ਵਾਲਾ ਹਿੱਸਾ ਕਾਰਨਰ ਰਹਿੰਦੇ ਸਨ ਲਾਸਟ ਟਾਈਮ ਜਦੋਂ ਅਸੀਂ ਤੁਹਾਨੂੰ ਦਿਖਾਇਆ ਸੀ, ਤੇ ਉਸ ਵੇਲੇ ਬੈਕ ਸਾਈਡ ਤੇ ਵੀ ਦਿਖਾਓ ਤੁਸੀਂ। ਹਾਂਜੀ ਜੀ, ਬਿਲਕੁਲ ਮੁਕੰਮਲ ਹੋ ਚੁੱਕਿਆ। ਇਹ ਉਹ ਵਾਲੀ ਰਾਹਦਾਰੀ ਹੈ ਜਿਹਨੂੰ ਕਿ ਮੈਂ ਵਿੰਡ ਬਲੋਇੰਗ ਕੋਰੀਡੋਰ ਕਹਿੰਦਾ ਹੁੰਨਾ, ਕਿ ਇੱਥੋਂ ਦੀ ਲੰਘਦਾ ਸੀ। ਇੱਕ ਆਲਾ ਇੱਥੇ ਵੀ ਰੱਖਿਆ ਗਿਆ ਜੋ ਜੋਤ ਜਗਾਉਣ ਵਾਸਤੇ। ਦੇਖੋ ਕਿੰਨਾ ਖੂਬਸੂਰਤ, ਇਹਦਾ ਸਾਨੂੰ ਪਤਾ ਹੀ ਨਹੀਂ ਸੀ ਹੈ ਪਹਿਲੇ ਕਿ ਇਹ ਵੀ ਇੱਥੇ ਹੈ, ਕਿ ਕਿਸੇ ਜਗ੍ਹਾ ਦੇ ਉੱਤੇ ਹਨੇਰਾ ਨਾ ਹੋਵੇ। ਤੁਸੀਂ ਦੇਖੋ ਹੁਣ ਕਿੰਨਾ ਖੂਬਸੂਰਤ ਲੱਗ ਰਿਹਾ। ਅਗਰ ਲੌਂਗ ਲੈਂਥ ਦੇ ਵਿੱਚ ਦੇਖੋ, ਤੁਸੀਂ ਪਿੱਛੋਂ ਜ਼ਰਾ ਦਿਖਾਓ ਪੂਰੀ ਬੈਕ ਤੋਂ ਜਾ ਕੇ, ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਬਹੁਤ ਹੀ ਵਧੀਆ ਲੱਗ ਰਿਹਾ ਮੈਨੂੰ ਤੇ ਦੇਖ ਕੇ, ਅੱਛੀ ਫੀਲਿੰਗ ਆ ਰਹੀ ਹੈ ਕਿ ਇੱਕ ਪੱਥਰ ਨਜ਼ਰ ਆਉਂਦੇ ਸੀ, ਇੱਟਾਂ ਨਜ਼ਰ ਆਉਂਦੀਆਂ ਸੀ ਚੰਗੀਆਂ, ਉਸ ਜਗ੍ਹਾ ਦੇ ਉੱਤੇ ਹੁਣ ਤੁਹਾਨੂੰ ਕੀ ਹੈ, ਪੱਕੇ ਮਸਾਲੇ ਦੀ ਪਕੜ ਨਜ਼ਰ ਆ ਰਹੀ ਹੈ, ਜਿਹੜੀ ਕਿ ਆਲਮੋਸਟ 100 ਤੋਂ 150 ਸਾਲ ਤੱਕ ਇਹਦੀ ਰਹੇਗੀ ਵਿਦਆਊਟ ਆਫ ਐਨੀ ਰਿਪੇਅਰਿੰਗ ਜਿਹੜੀ ਹੈ। ਚੱਲਦੇ ਹਾਂ ਫਿਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਉੱਤੇ ਸਾਡੇ ਪੱਥਰਾਂ ਦੇ ਉੱਤੇ ਕੀ ਚੱਲ ਰਿਹਾ ਜੀ। ਤੁਸੀਂ ਅਗਰ ਕੈਮਰਾ ਸਾਡਾ ਤੁਹਾਨੂੰ ਦਿਖਾ ਸਕੇ ਤੇ ਇਹ ਪੂਰਾ ਏਰੀਆ ਜਿਹੜਾ ਉਹ ਮੁਕੰਮਲ ਹੋ ਗਿਆ, ਜਿਹੜਾ ਕਿ ਲਾਸਟ ਟਾਈਮ ਵੀ ਸਾਡਾ ਕੰਮ ਹੋ ਰਿਹਾ ਸੀ। ਠੀਕ ਹੈ ਜੀ, ਉਸ ਤੋਂ ਪਿਛਲੀ ਐਪੀਸੋਡ ਦੇ ਵਿੱਚ ਅਸੀਂ ਇਹ ਕੰਮ ਕਰ ਰਹੇ ਸਾਂ, ਤੇ ਹੁਣ ਤੁਸੀਂ ਦੇਖੋ ਕਿ ਕਿੰਨਾ ਵਧੀਆ ਔਰ ਕਿੰਨੀ ਫਿਨਿਸ਼ਿੰਗ ਦੇ ਵਿੱਚ ਸਾਰਾ ਕੰਮ ਆ ਚੁੱਕਿਆ। ਚੱਲਦੇ ਹਾਂ ਆਹਿਸਤਾ ਆਹਿਸਤਾ, ਤੇ ਨਾਲ ਤੁਹਾਨੂੰ ਸੀੜੀਆਂ ਤੇ ਦਿਖਾਉਂਦੇ ਹਾਂ ਕਿ ਕਿੰਨਾ ਕੁ ਕੰਮ ਹੋ ਗਿਆ ਇਹਦੇ ਤੇ ਔਰ ਕਿੰਨਾ ਕੰਮ ਹੋਰ ਬਾਕੀ ਹੈ। ਹਾਂਜੀ ਜੀ, ਲਾਸਟ ਟਾਈਮ ਅਸੀਂ ਤੁਹਾਨੂੰ ਦਿਖਾਇਆ ਸੀ ਫਸਟ ਫਲੋਰ ਦੇ ਉੱਤੇ ਜਿਹੜਾ ਉਹ ਛੱਤਾਂ ਜਿਹੜੀਆਂ ਸਨ, ਹਲੇ ਉਹ ਕੰਮ ਹੋਣ ਵਾਲਾ ਸੀ, ਲਿਹਾਜ਼ਾ ਹੁਣ ਛੱਤਾਂ ਵੀ ਜਿਹੜੀਆਂ ਨੇ ਉਹ ਕਵਰ ਹੋ ਚੁੱਕੀਆਂ ਨੇ। ਓਲਡ ਦਿਖਣ ਵਾਸਤੇ ਕੀ ਕੀ ਚੱਲ ਰਿਹਾ ਆਓ ਇਹ ਦੇਖੋ ਤੁਸੀਂ। ਇਹ ਬਾਰੀਆਂ ਜਦੋਂ ਅਸੀਂ ਲਾਸਟ ਟਾਈਮ ਆਏ ਸੀ ਤਾਂ ਬਹੁਤ ਹੀ ਬੋਰਡ ਪਏ ਹੋਏ ਸਨ, ਇੱਥੇ ਟੁੱਟੀਆਂ ਹੋਈਆਂ ਸਨ ਬਿਲਕੁਲ। ਹੁਣ ਜਿਹੜੀ ਹੈ ਆਰਕਸ ਜਿਹੜੀ ਹੈ, ਸੁਰਾਈ ਜਿਹੜੀ ਹੈ ਤੁਹਾਡੀ ਉਹ ਤਿਆਰ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਕ੍ਰਾਸ ਵੈਂਟੀਲੇਸ਼ਨ ਵਾਲੇ ਜਿਹੜੇ ਆਲੇ ਨੇ ਉਹ ਵੀ ਉਸੇ ਤਰ੍ਹਾਂ ਹੀ ਰੀਸਟੋਰ ਕੀਤੇ ਜਾ ਰਹੇ ਨੇ। 2 ਉੱਤੇ ਨੇ, 2 ਥੱਲੇ ਨੇ। ਉਸ ਤੋਂ ਬਾਅਦ ਵਿੰਡ ਪ੍ਰੈਸ਼ਰ ਨੂੰ ਵੀ ਘੱਟ ਕਰਨ ਵਾਸਤੇ ਅੱਗੇ ਆਓ, ਇਹ ਦੇਖੋ ਤੁਸੀਂ ਕਿ ਅਗਲਾ ਹਿੱਸਾ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਜ਼ਿਆਦਾ ਇਸ ਵੇਲੇ ਡੇਂਜਰਸ ਜਿਹੜਾ ਏਰੀਆ ਸੀ ਉਹ ਇਹ ਵੇ, ਲੇਕਿਨ ਸਾਡੀ ਟੀਮ ਦੀ ਐਕਸਪਰਟੀ ਤੁਸੀਂ ਦੇਖੋ ਕਿ ਇਹਨਾਂ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਉਸ ਚੀਜ਼ ਨੂੰ, ਉਸ ਗੈਪ ਨੂੰ ਫਿਲ ਅਪ ਕੀਤਾ, ਔਰ ਨਾਲ ਦੀ ਨਾਲ ਹੀ ਜਿਹੜੀਆਂ ਨੇ ਉਹ ਕਹਿ ਲਓ ਤੁਸੀਂ ਆਰਕਸ ਜਿਹੜੀਆਂ ਨੇ ਉਹ ਪੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਇਸ ਸਾਈਡ ਤੇ ਦਿਖਾਓ ਜ਼ਰਾ ਕਿਸ ਤਰੀਕੇ ਨਾਲ ਬੁਰੀ ਤਰ੍ਹਾਂ ਮਤਲਬ ਕਿ ਖਰਾਬ ਹੋਇਆ ਸੀ ਸਾਰਾ ਪਲਸਟਰ ਵਗੈਰਾ। ਹੋਰ ਇੱਕ ਬਰਾਬਰ ਸੀ ਕਿ ਅਗਰ ਹੋਰ 2 ਸਾਲ ਤੱਕ ਨਾ ਦਾ ਕੰਮ ਹੁੰਦਾ ਤੇ ਮੇ ਵੀ ਇਹ ਵਾਲੀ ਜਿਹੜਾ ਹਿੱਸਾ ਸੀ ਉਹ ਪੂਰਾ ਦਾ ਪੂਰਾ ਡਿੱਗ ਪੈਂਦਾ। ਸੇਮ ਐਜ਼ ਇਟ ਇਜ਼ ਹੀ ਚੱਲ ਰਿਹਾ, ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਸਾਰਿਆਂ ਦਾ 3 4 5 ਬਾਰੀਆਂ ਨੇ, 5 ਦੀਆਂ 5। ਔਰ ਇਸ ਸਾਈਡ 'ਤੇ ਹਲੇ ਕੰਮ ਹੋਣ ਵਾਲਾ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਏਰੀਏ ਦੇ 'ਚ ਔਰ ਇਹਦੇ ਏਰੀਏ ਦੇ 'ਚ ਕਿਉਂ ਫ਼ਰਕ ਨਜ਼ਰ ਆ ਰਿਹਾ, ਕਿਉਂਕਿ ਉਹ ਹੁਣ ਉਹਨੂੰ ਰੀਸਟੋਰ ਕਰ ਲਿੱਤਾ ਗਿਆ ਔਰ ਇਹਨੂੰ ਹਲੇ ਰੀਸਟੋਰ ਕਰਨਾ। ਬਟ ਇਹਦੀਆਂ ਜਿਹੜੀਆਂ ਉੱਪਰ ਵਾਲੀਆਂ ਆਰਕਸ ਨੇ ਤੁਸੀਂ ਦੇਖੋ ਕਿ ਐਜ਼ ਇਟ ਇਜ਼ ਬਚੀਆਂ ਹੋਈਆਂ ਸਨ, ਬਟ ਜਿਹੜੀਆਂ ਸਾਡੀਆਂ ਵੈਸਟ ਵਾਲੀਆਂ ਨੇ ਉਹ ਖਰਾਬ ਹੋਈਆਂ ਸੀ ਬਹੁਤ ਜ਼ਿਆਦਾ। ਇੱਕ ਵਾਰੀ ਫੇਰ ਜ਼ਰਾ ਛੱਤ ਦਾ ਕੰਮ ਦਿਖਾਉਂਦੇ ਚਲੋ ਜੀ ਉੱਤੋਂ, ਕਿ ਸਾਰੀਆਂ ਛੱਤਾਂ ਜਿਹੜੀਆਂ ਨੇ ਉਹ ਕਵਰ ਹੋ ਚੁੱਕੀਆਂ ਨੇ। ਠੀਕ ਹੈ ਜੀ, ਜਿਹੜਾ ਸਭ ਤੋਂ ਜ਼ਰੂਰੀ ਕੰਮ ਸੀ ਉਸ ਵੇਲੇ, ਹੁਣ ਅੰਦਰ ਜਿਹੜਾ ਫਸਟ ਫਲੋਰ ਦੇ ਪੈਰਲਰ ਦੀਵਾਨ ਦੇ ਉੱਤੇ ਜਿਹੜੀ ਜਿੱਥੇ ਕਹਿ ਲਵੋ ਤੁਸੀਂ ਕਿ ਚੰਦਵਾ ਸਾਹਿਬ ਲੱਗਦਾ, ਉਸ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਅਗਰ ਤੁਸੀਂ ਦੇਖੋ ਤੇ ਉਹ ਫਸਟ ਕਲਾਸ ਕਿਸਮ ਦਾ ਜਿਹੜਾ ਉਹ ਹੋ ਚੁੱਕਿਆ ਹੋਇਆ ਹੈ। ਉਹ ਬਹੁਤ ਵਧੀਆ ਲੱਗ ਰਿਹਾ ਦੇਖ ਕੇ, ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ, ਕਿਉਂਕਿ ਫਸਟ ਟਾਈਮ ਮੈਂ ਦੇਖ ਰਿਹਾ ਮੈਂ ਇਸ ਜਗ੍ਹਾ ਦੇ ਉੱਤੇ ਹਲੇ ਗਊਆਂ ਲੱਗੀਆਂ ਹੋਈਆਂ ਨੇ ਸਾਡੀਆਂ, ਔਰ ਬਹੁਤ ਹੀ ਕਹਿ ਲਓ ਤੁਸੀਂ ਕਿ ਡਰ ਵੀ ਲੱਗ ਰਿਹਾ ਮੈਨੂੰ ਕਿ ਫਿਲਹਾਲ ਤੁਸੀਂ ਦੇਖੋ ਚਾਰੋਂ ਪਾਸੇ ਤੁਹਾਨੂੰ ਜੇ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਖਲੋਤਾ ਹੋਇਆ ਵਾਂ ਇਸ ਜਗ੍ਹਾ ਦੇ ਉੱਤੇ ਚੰਦਵਾ ਸਾਹਿਬ ਲੱਗਦਾ ਹੈ ਜੀ। ਚੰਦਵਾ ਸਾਹਿਬ ਜਿਹੜਾ ਤੁਹਾਨੂੰ ਪਤਾ ਹਰ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜੀ ਹੈ ਬਕਾਇਦਾ ਤੌਰ ਦੇ ਉੱਤੇ ਇੱਕ ਪੂਰੀ ਛਤਰੀ ਲੱਗੀ ਹੁੰਦੀ ਹੈ, ਉਸ ਚੀਜ਼ ਨੂੰ ਚੰਦਵਾ ਸਾਹਿਬ ਕਿਹਾ ਜਾਂਦਾ ਹੈ। ਅਤੇ ਜਿੱਥੇ ਅਸੀਂ ਖਲੋਤੇ ਹੋਏ ਹਾਂ ਇਸ ਜਗ੍ਹਾ ਦੇ ਉੱਤੇ
ਚੰਦਵਾ ਸਾਹਿਬ ਹੁੰਦਾ ਔਰ ਇਸ ਜਗ੍ਹਾ ਦੀ ਜਿਹੜੀ ਫਿਨਿਸ਼ਿੰਗ ਸੀ ਅਸੀਂ ਤੁਹਾਨੂੰ ਸ਼ੁਰੂ ਤੋਂ ਦਿਖਾ ਰਹੇ ਸੀ ਕਿ ਅਸੀਂ ਐਂਡ ਤੇ ਕਰਾਂਗੇ। ਐਂਡ ਤੇ ਕਿਉਂ ਕਰਾਂਗੇ? ਕਿਉਂਕਿ ਬਾਕੀ ਦਾ ਕੰਮ ਜਿਹੜਾ ਸਾਡਾ ਉਹ ਨਹੀਂ ਸੀ ਹੋ ਰਿਹਾ, ਖਤਮ ਹੁੰਦਾ ਤੇ ਫਿਰ ਆਪਾਂ ਇਸ ਜਗ੍ਹਾ ਦੇ ਉੱਤੇ ਆਉਣਾ ਸੀ। ਇਹ ਦਿਖਾਓ ਜੀ ਜ਼ਰਾ ਪੂਰਾ। ਇਹ ਭਾਈ ਸਾਹਿਬ ਲੱਗੇ ਹੋਏ ਨੇ ਔਰ ਇਹਦੀ ਫਿਨਿਸ਼ਿੰਗ ਕਰ ਰਹੇ ਨੇ। ਦੇਖੋ ਕੁਝ ਲੋਕ ਕਹਿ ਰਹੇ ਸੀ ਕਿ ਵੀ ਕਿੰਨੀ ਦੇਰ ਲੱਗੇਗੀ, ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਲੋ ਕੰਮ ਜਿਹੜਾ ਆਸਤਾ ਆਸਤਾ ਕੰਮ ਕੀਤਾ ਜਾਂਦਾ ਉਹ ਡੈਫੀਨੇਟਲੀ ਐਵੇਂ ਨਹੀਂ ਹੋ ਜਾਂਦਾ, ਥੋੜ੍ਹਾ ਬਾਰੀਕੀ ਨਾਲ ਕਰਨਾ ਪੈਂਦਾ। ਦੇਖੋ ਨਾ ਭਾਈ ਸਾਹਿਬ ਲੱਗੇ ਹੋਏ ਨੇ, ਬੈਠੇ ਹੋਏ ਨੇ ਇੱਥੇ। ਬੰਦਾ ਇੰਨੀ ਕੁ ਜਿਹੜੀ ਉਹ ਫੱਟੇ ਰੱਖੇ ਨੇ ਉਹ ਇੰਨੇ ਕੁ ਮੋਸ਼ਨ ਕਰਦੇ ਨੇ ਕਿ ਬੰਦਾ ਵੈਸੇ ਹੀ ਡਰ ਜਾਂਦਾ ਕਿ ਯਾਰ ਮੈਂ ਕਿਤੇ ਥੱਲੇ ਨਾ ਚਲਾ ਜਾਵਾਂ। ਠੀਕ ਹੈ ਜੀ, ਇਹ ਸੀ ਸਾਡਾ ਫਸਟ ਫਲੋਰ ਦੇ ਉੱਤੇ ਕੀ ਚੱਲ ਰਿਹਾ। ਠੀਕ ਹੈ ਜੀ, ਉਹ ਤੁਹਾਨੂੰ ਦਿਖਾਇਆ। ਚੱਲਦੇ ਹਾਂ ਅੱਗੇ, ਫਿਰ ਤੁਹਾਨੂੰ ਦੱਸਦੇ ਹਾਂ ਕਿ ਮਜ਼ੀਦ ਹੋਰ ਕੀ ਘਰ ਚੱਲ ਰਿਹਾ ਗੁਰੂ ਘਰ ਦੇ ਅੰਦਰ ਜੀ। ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਸੈਕੰਡ ਫਲੋਰ ਦੇ ਉੱਤੇ। ਸੈਕੰਡ ਫਲੋਰ ਦੇ ਉੱਤੇ ਤੁਸੀਂ ਦੇਖੋ ਕਿ ਲਾਸਟ ਟਾਈਮ ਜਦੋਂ ਅਸੀਂ ਆਏ ਸੀ ਤਾਂ ਹਲੇ ਕੋਈ ਕੰਮ ਵੀ ਪਲਾਸਟਰ ਦਾ ਸ਼ੁਰੂ ਨਹੀਂ ਸੀ ਹੋਇਆ। ਕਿ ਇਹ ਜਿਹੜੀਆਂ ਸਾਰੀਆਂ ਵਾਲਸ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹਨਾਂ ਦੇ ਉੱਤੇ ਆਲਰੇਡੀ ਪਲਾਸਟਰ ਜਿਹੜਾ ਚੜ੍ਹ ਚੁੱਕਿਆ ਹੈ। ਭਾਈ ਸਾਹਿਬ ਹੈ, ਤੁਸੀਂ ਦੇਖੋ ਫਿਨਿਸ਼ਿੰਗ ਲਾ ਰਹੇ ਨੇ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਇਹ ਅੱਗੇ ਜਿਹੜਾ ਅਗਰ ਅਸੀਂ ਚੱਲਦੇ ਹਾਂ ਤੇ ਆਲਮੋਸਟ ਅੰਦਰ ਜਿਹੜਾ 90% ਵਰਕ ਜਿਹੜਾ ਹੈ ਸੈਕੰਡ ਫਲੋਰ ਦਾ ਵੀ ਮੁਕੰਮਲ ਹੋ ਚੁੱਕਿਆ ਹੈ। ਆਓ ਤੇ ਅਸੀਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਸੈਕੰਡ ਫਲੋਰ ਜਿਹੜਾ ਉਹ ਮੁਕੰਮਲ ਹੋ ਰਿਹਾ 90%। ਕਿਸ ਤਰ੍ਹਾਂ 90% ਮੁਕੰਮਲ ਹੋ ਗਿਆ ਕਿ ਇਹ ਫਾਈਨਲੀ ਛੱਤਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਆਰਕਸ ਤੁਸੀਂ ਦੇਖੋ ਅਗਰ ਇਹ ਪੂਰੀਆਂ ਹੋ ਚੁੱਕੀਆਂ ਨੇ। ਇਹ ਆਰਕ ਦੇਖੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੂਰੀ ਕਰ ਦਿੱਤੀ ਗਈ ਹੈ। ਇਹ ਭਾਈ ਸਾਹਿਬ ਹੁਣ ਜਿਹੜੇ ਮੇਨ ਵੱਡੀ ਗ੍ਰੈਂਡ ਚਰਚ ਜਿਹੜੀ ਉਹਨੂੰ ਦੇਖ ਲਓ ਤੁਸੀਂ ਕਿ ਮੁਕੰਮਲ ਕਰ ਰਹੇ ਨੇ। ਥੱਲੇ ਬਾਰੀ ਵਾਲੀ ਸਾਈਡ ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਵੈਸਟ ਵਾਲੀਆਂ ਤੁਸੀਂ ਵਿੰਡੋਜ਼ ਨੂੰ ਅਗਰ ਦੇਖਦੇ ਹੋ, ਸਾਰੀਆਂ ਨੂੰ ਬਾਰੀਆਂ ਨੂੰ ਤੁਸੀਂ ਦੇਖਦੇ ਹੋ ਤੇ ਪੂਰੀਆਂ ਦੀਆਂ ਪੂਰੀਆਂ ਬਾਰੀਆਂ ਜਿਹੜੀਆਂ ਨੇ ਉਹ ਪ੍ਰੀਜ਼ਰਵ ਕਰ ਲਿੱਤੀਆਂ ਗਈਆਂ ਨੇ। ਇਸੇ ਤਰ੍ਹਾਂ ਅਗਰ ਤੁਸੀਂ ਦੇਖੋ ਤਾਂ ਚਾਰੋਂ ਪਾਸੇ ਜਿਹੜੇ ਤੁਹਾਨੂੰ ਛੀਏ ਲੱਗੇ ਹੋਏ ਦਿਖਾਏ ਸੀ ਕਿ ਛੀਏ ਲੱਗ ਚੁੱਕੇ ਨੇ, ਹੁਣ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਬਕਾਇਦਾ ਵਰਕ ਕੀਤਾ ਹੋਇਆ ਨਜ਼ਰ ਆ ਰਿਹਾ ਔਰ ਉਹ ਆਰਕਸ ਜਿਹੜੀਆਂ ਨੇ ਪੂਰੀਆਂ ਦੀਆਂ ਪੂਰੀਆਂ ਜਿਹੜੀਆਂ ਨੇ ਉਹ ਬਣ ਚੁੱਕੀਆਂ ਨੇ। ਇਸ ਸਾਈਡ ਤੋਂ ਦੇਖੋ, ਉੱਤੋਂ ਦੇਖੋ, ਬਸ ਹੁਣ ਇਹ ਕਾਰਨਰ ਜਿਹੜੇ ਨੇ ਗੋਲੇ ਸਮਝ ਲਓ ਤੁਸੀਂ, ਇਹ ਗੋਲੇ ਜਿਹੜੇ ਨੇ ਹੁਣ ਉਹ ਗੋਲਾਈ ਦੇ ਵਿੱਚ ਲੱਗਣੇ ਨੇ। ਆਓ ਜੀ, ਸੇਮ ਕਿਉਂਕਿ ਇਹਦਾ ਵਿਊ ਜਿਹੜਾ ਹੈ ਪੂਰੇ ਗੁਰੂ ਘਰ ਦਾ ਇਹ ਖੂਬਸੂਰਤੀ ਹੈ ਕਿ ਅਗਰ ਕੋਈ ਚੀਜ਼ ਲੈਫਟ ਹੈ ਤਾਂ ਰਾਈਟ ਵੀ ਹੈ। ਠੀਕ ਹੈ ਜੀ, ਫਰੰਟ ਤੇ ਵੀ ਉਹੀ ਹੈ, ਬੈਕ ਦੇ ਉੱਤੇ ਕਿਉਂਕਿ ਪਹਾੜੀ ਹੈ ਤੇ ਬੈਕ ਦੇ ਉੱਤੇ ਸੋ ਉਸ ਤਰ੍ਹਾਂ ਦਾ ਆਰਕੀਟੈਕਚਰ ਨਹੀਂ ਹੈ ਔਰ ਉੱਥੋਂ ਸੀੜੀਆਂ ਐਂਟਰੈਂਸ ਵਾਸਤੇ ਵੀ ਆਉਂਦੀਆਂ ਨੇ। ਤੇ ਸੋ ਇਹ ਆਪਾਂ ਕਹਿ ਰਹੇ ਹਾਂ ਕਿ ਜਿਸ ਤਰ੍ਹਾਂ 90% ਜਿਹੜਾ ਕਿਹਾ ਤੁਹਾਨੂੰ 90% ਜਿਹੜਾ ਉਹ ਪੂਰਾ ਹੋ ਚੁੱਕਿਆ। ਇਹ ਆਲਮੋਸਟ ਇੱਕ ਵਾਰੀ ਜਿਹੜੀ ਹੈ ਤੁਹਾਡੀ ਮਾਡਲ ਜਿਹੜਾ ਸਮਝ ਲਓ ਤੁਸੀਂ ਕਿ ਪੂਰਾ ਲੱਗ ਚੁੱਕਿਆ ਹੈ ਕਿੰਨੇ ਸੋਹਣੇ ਤਰੀਕੇ ਨਾਲ। ਹੁਣ ਬਸ ਇੱਥੇ ਇੱਕ ਵਾਰੀ ਹੀ ਲੱਗਣੀ ਬਾਕੀ ਹੈ। ਜੋ ਵੀ ਡਿਸਾਈਡ ਹੋਏਗਾ ਜਿਹੜੀ ਵੀ ਵੁੱਡ 'ਚ ਲੱਗਣੀ ਹੈ ਉਹ ਉਹਦਾ ਇਸੇ ਤਰ੍ਹਾਂ ਇਹ ਦੂਸਰੀ ਵਾਰੀ ਵੀ ਜਿਹੜੀ ਹੈ ਉਹ 100% ਜਿਹੜੀ ਹੈ ਤਕਰੀਬਨ ਮੁਕੰਮਲ ਹੈ ਔਰ ਉਹਦੇ ਵਿੱਚ ਸਿਰਫ ਲੱਕੜੀ ਦੀਆਂ ਚੁਗਾਠਾਂ ਲੱਗ ਕੇ ਹੀ ਬਾਕੀ ਦਾ ਜਿਹੜਾ ਕੰਮ ਹੈ ਉਹ ਬਾਕੀ ਰਹਿ ਗਿਆ। ਸੇਮ ਤੁਸੀਂ ਅਗਰ ਦੇਖੋ ਕਿ ਜਿੱਥੇ ਸੱਚਖੰਡ ਸਾਹਿਬ ਹੈ ਜਾਂ ਗੁਰੂ ਘਰ ਦਾ ਗੁਰੂ ਮਹਾਰਾਜ ਦੀ ਸਵਾਰੀ ਜਿਹੜੀ ਹੈ ਸੁਖ ਆਸਨ ਸਾਹਿਬ ਜਿਹੜਾ ਹੈ ਉਹ ਵੀ ਇਸ ਵੇਲੇ ਤਕਰੀਬਨ ਮੁਕੰਮਲ ਕਰ ਲਿੱਤਾ ਗਿਆ ਹੈ ਔਰ ਬਹੁਤ ਹੀ ਪਿਆਰੀ ਦਿੱਖ ਆ ਰਹੀ ਹੈ। ਤੁਸੀਂ ਦੇਖੋ ਆਰਕ ਦੇ ਵਿੱਚੋਂ ਡਬਲ ਆਰਕ ਹੁੰਦੀ ਹੋਈ, ਫਿਰ ਸਿੰਗਲ ਆਰਕ ਹੁੰਦੀ ਹੋਈ, ਫਿਰ ਛੋਟੀ ਆਰਕ ਹੁੰਦੀ ਹੋਈ ਬੂਹੇ ਦੇ ਵਿੱਚੋਂ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ, ਜੋ ਕਿ ਬਿਲਕੁਲ ਟੁੱਟੀ ਹੋਈ ਸੀ ਪਹਿਲੇ। ਇਹ ਜੀ ਪੁਰਾਣਾ ਸੁਖਾਸਨ ਸਾਹਿਬ ਹੈ ਜਿਹੜੇ ਕਿ 200 ਸਾਲ ਪਹਿਲੇ ਸੱਚਖੰਡ ਸਾਹਿਬ ਜਿਹੜੇ ਬਣਾਏ ਜਾਂਦੇ ਸਨ। ਇੱਧਰ ਦੀਆਂ ਬਾਰੀਆਂ ਆਲਮੋਸਟ ਜਿਹੜੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ। ਤੁਸੀਂ ਅਗਰ ਦੇਖੋ ਤੇ
ਇਹ ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਇਸ ਜਗ੍ਹਾ ਤੇ ਆਏ ਸੀ ਤੇ ਬਹੁਤ ਹੀ ਜ਼ਿਆਦਾ ਟੁੱਟ ਸੀ। ਹੁਣ ਤਾਂ ਬਹੁਤ ਹੀ ਪਿਆਰਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ। ਨਾਲ ਦੀ ਨਾਲ ਹੀ ਕਹਿ ਲਓ ਤੁਸੀਂ ਕਿ ਜਿਹੜਾ ਗੁੰਬਦ ਦਾ ਥੱਲੇ ਵਾਲਾ ਹਿੱਸਾ ਹੈ ਜਾਂ ਗੁੰਬਦ ਜਿੱਥੇ ਤੁਹਾਡਾ ਹੁੰਦਾ ਸੀ ਔਰ ਉਸ ਗੁੰਬਦ ਦੇ ਵਿੱਚ ਕੀ ਚੱਲ ਰਿਹਾ ਜ਼ਰਾ ਦਿਖਾਓ ਜੀ। ਗੁੰਬਦ ਦੇ ਵਿੱਚ ਫਾਈਨਲੀ ਕਹਿ ਲਓ ਤੁਸੀਂ ਕਿ ਜਿਹੜਾ ਉਹ ਟੱਚਿਸ ਲੱਗ ਰਹੇ ਨੇ, ਛੱਤ ਲੱਗ ਚੁੱਕੀ ਹੈ ਗੁੰਬਦ ਦੀ, ਪੂਰੀ ਗੁਲਾਈ ਜਿਹੜੀ ਹੈ ਉਹ ਤੋਂ ਪੂਰੀ ਹੋ ਚੁੱਕੀ ਹੈ, ਕਾਰਨਰਸ ਪੂਰੇ ਲੱਗ ਚੁੱਕੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਕਹਿ ਲਓ ਤੁਸੀਂ ਕਿ ਜਿਹੜੇ ਚਾਰ ਦਰ ਜਾਂ ਕਹਿ ਲਵੋ ਕਿ ਜਿਹੜੇ ਗੁਰੂ ਘਰ ਦੀ ਇੱਕ ਮਰਿਆਦਾ ਹੈ, 4 ਰਸਤੇ 4 ਪਾਸੇ, ਯਾਨੀ ਕਿ ਈਸਟ ਵੈਸਟ ਨਾਰਥ ਸਾਊਥ ਤੋਂ ਕੋਈ ਬੰਦਾ ਕਿਸੇ ਵੀ ਧਰਮ ਦਾ ਗੁਰੂ ਘਰ ਦੇ ਵਿੱਚ ਦਾਖਲ ਹੋ ਸਕਦਾ ਹੈ, ਕੋਈ ਮਨਾਹੀ ਨਹੀਂ ਹੈ, ਨਾ ਹੀ ਉਹਨੂੰ ਕੋਈ ਰੋਕ ਸਕਦਾ ਹੈ। ਤਾਂ ਸੋ ਇਹ ਉਹ 4 ਦਰ ਨੇ ਅਤੇ ਕਿਸੇ ਟਾਈਮ ਕਦੀ ਗੁਜਾਰੇ ਵੀ ਵੱਜਦੇ ਹੋਣਗੇ ਔਰ ਸਿਮਰਨ ਵੀ ਇੱਥੇ ਹੁੰਦਾ ਹੋਏਗਾ, ਵਾਹਿਗੁਰੂ ਵਾਹਿਗੁਰੂ ਦਾ। ਦੇਖੋ ਜੀ ਭਾਈ ਸਾਹਿਬ ਇੱਧਰ ਵੀ ਲੱਗੇ ਹੋਏ ਨੇ, ਕਸਾਈ ਕਰ ਰਹੇ ਨੇ, ਔਰ ਰਾਈਟ ਸਾਈਡ ਅਤੇ ਲੈਫਟ ਸਾਈਡ ਦੋਵਾਂ ਸਾਈਡਾਂ ਦੇ ਉੱਤੇ ਤੁਹਾਨੂੰ ਨਜ਼ਰ ਆ ਰਹੇ ਨੇ ਜੀ। ਚੱਲਦੇ ਹਾਂ ਜੀ ਅਸੀਂ ਟੌਪ ਫਲੋਰ ਦੇ ਉੱਤੇ, ਤੁਹਾਨੂੰ ਦਿਖਾਉਂਦੇ ਹਾਂ ਕਿ ਫਾਈਨਲੀ ਸਾਡੀ ਗੁੰਮਟੀਆਂ ਦੀਆਂ ਬੁਨਿਆਦਾਂ ਜਿਹੜੀਆਂ ਨੇ ਕਿੱਥੇ ਤੱਕ ਪਹੁੰਚੀਆਂ ਨੇ ਔਰ ਛੱਤ ਦੇ ਉੱਤੇ ਕੀ ਕੰਮ ਹੋ ਰਿਹਾ। ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ ਗੁਰੂ ਘਰ ਦੇ ਵਿੱਚ ਜਿਹੜਾ 90% ਦੀਵਾਰਾਂ ਦੇ ਉੱਤੇ ਬਾਰੀਆਂ ਦਾ, ਆਰਕਸ ਦਾ ਕੰਮ ਜਿਹੜਾ ਸੀ ਉਹ ਪੂਰਾ ਹੋ ਚੁੱਕਿਆ ਹੈ। ਦਿਨ ਨੇੜੇ ਆ ਰਹੇ ਨੇ ਕਿ ਜਦੋਂ ਅਸੀਂ ਇਸ ਗੁਰੂ ਘਰ ਦੀ ਤੁਹਾਨੂੰ ਪੂਰੀ ਫਿਨਿਸ਼ਿੰਗ ਜਿਹੜੀ ਹੈ ਉਹ ਤੁਹਾਨੂੰ ਦਿਖਾਵਾਂਗੇ। ਚੱਲਦੇ ਹਾਂ ਉੱਤੇ, ਅਸੀਂ ਹੁਣ ਇਸ ਵੇਲੇ ਸੈਕਿੰਡ ਫਲੋਰ 'ਤੇ, ਹੁਣ ਤੁਹਾਨੂੰ ਅਸੀਂ ਟੌਪ ਫਲੋਰ 'ਤੇ ਲੈ ਕੇ ਚੱਲਦੇ ਹਾਂ। ਟੌਪ ਫਲੋਰ 'ਤੇ ਜਿੱਥੇ ਗੁੰਮਟੀ ਔਰ ਪਾਲਕੀ ਸਾਹਿਬ ਬਣਨੀ ਹੈ ਉਸ ਜਗ੍ਹਾ 'ਤੇ ਚੱਲਦੇ ਹਾਂ ਜੀ। ਅਸੀਂ 3rd ਫਲੋਰ ਦੇ ਉੱਤੇ ਪਹੁੰਚ ਗਏ ਹਾਂ। ਫਾਈਨਲ ਜਿਹੜਾ ਸਾਡਾ ਟੌਪ ਫਲੋਰ ਜਿਹਨੂੰ ਕਹਿੰਦੇ ਹਾਂ ਅਸੀਂ, ਅਤੇ ਗੁੰਮਟੀਆਂ ਦੀਆਂ ਬੇਸਾਂ ਜਿਹੜੀਆਂ ਨੇ ਉਹ ਬਹੁਤ ਕਹਿ ਲਵੋ ਤੁਸੀਂ ਕਿ ਥੋੜ੍ਹੀਆਂ ਡਿਫੀਕਲਟ ਨੇ ਔਰ ਬਾਰੀਕੀ ਦੇ ਨਾਲ ਕੰਮ ਹੋ ਰਿਹਾ ਔਰ ਬਹੁਤ ਆਸਤਾ ਇੱਕ ਆਰਕ, ਛੋਟੀ ਆਰਕ ਜਿਹੜੀ ਹੈ ਉਹਨੂੰ 8 ਦਿਨ ਘੱਟੋ ਘੱਟ ਲੱਗ ਜਾਂਦੇ ਨੇ ਸੈੱਟ ਕਰਨ ਦੇ ਵਿੱਚ, ਗੁਲਾਈ ਬਣਾਉਣ ਦੇ ਵਿੱਚ। ਸੋ ਤੁਸੀਂ ਅਗਰ ਦੇਖੋਗੇ ਤਾਂ ਲਾਸਟ ਟਾਈਮ ਅਸੀਂ ਤੁਹਾਨੂੰ ਇਹਦੀਆਂ ਬੁਨਿਆਦਾਂ ਦਿਖਾਈਆਂ ਸੀ ਔਰ ਚੌਕੇ ਦਿਖਾਏ ਸੀ। ਅੱਗੇ ਕੀ ਚੱਲ ਰਿਹਾ ਆਓ ਦਿਖਾਉਂਦੇ ਹਾਂ ਜੀ। ਦੇਖੋ ਜ਼ਰਾ ਤੁਸੀਂ, ਚੌਖੱਠਾ ਜਿਹੜਾ ਹੈ ਉਹ ਬਣ ਚੁੱਕਿਆ ਹੈ। ਠੀਕ ਹੈ ਜੀ। ਚੌਖੱਠੇ ਦੀਆਂ 12 ਦਰੀਆਂ ਨੇ, ਯਾਨੀ ਕਿ 12 ਦਰ ਨੇ, 3 ਵਿੰਡੋਜ਼ ਜਿਹੜੀਆਂ ਨੇ ਛੋਟੀਆਂ ਉਹ ਬਣ ਚੁੱਕੀਆਂ ਨੇ। ਬਸ ਉਹਨਾਂ ਦੇ ਕੁਛ ਦਿਨਾਂ ਦੇ ਬਾਅਦ ਇਹਦਾ ਮਟੀਰੀਅਲ ਵਿੱਚੋਂ ਕੱਢਿਆ ਜਾਏਗਾ ਔਰ ਉਹ ਬੜੀ ਖੂਬਸੂਰਤ ਕਿਸਮ ਦੀ ਛੋਟੀ ਆਰਕਸ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਸੇ ਤਰ੍ਹਾਂ ਹੀ ਇਹ ਕਿਸ ਤਰੀਕੇ ਨਾਲ ਲੱਗੀਆਂ ਨੇ, ਥੋੜ੍ਹਾ ਪਿੱਛੇ ਹਟੋ ਜ਼ਰਾ, ਕਿਸ ਤਰੀਕੇ ਨਾਲ ਲੱਗੀਆਂ ਨੇ ਸਾਡੇ ਉਸਤਾਦ ਜਿਹੜੇ ਨੇ ਉਹ ਲੱਗੇ ਹੋਏ ਨੇ ਔਰ ਉਹ ਤੁਹਾਨੂੰ ਸਮਝ ਆਏਗੀ ਕਿ ਵੀ ਕਿੰਨਾ ਆਸਤਾ ਕੰਮ ਕਰਨਾ ਪੈਂਦਾ। ਥੋੜ੍ਹਾ ਨਜ਼ਦੀਕ ਜਾ ਕੇ ਦਿਖਾਓ ਜੀ। ਇੱਕ ਜਿਹੜੀ ਬਣੀ ਹੋਈ ਹੈ, ਦੂਸਰੀ ਹੈ, ਔਰ ਇੱਕ ਪੀਸ ਜਿਹੜਾ 2-2 ਇੰਚ ਦਾ ਕੱਟਣਾ, 3-3 ਇੰਚ ਦਾ ਕੱਟਣਾ, ਗੁਨੀਏ ਦੇ ਵਿੱਚ ਕੱਟਣਾ, ਘੱਟ ਵੱਧ ਨਾ ਹੋਵੇ। ਠੀਕ ਹੈ ਜੀ। ਇਹ ਬਹੁਤ ਜ਼ਿਆਦਾ ਔਖ ਜਿਹੜੀ ਹੈ, ਔਰ ਖ਼ਾਸ ਕਰਕੇ ਕਿਉਂਕਿ ਆਪਾਂ ਉਸ ਡਾਈ ਦੀ ਇੱਟ ਨਹੀਂ ਕਢਾ ਸਕਦੇ, ਕਿਉਂਕਿ ਇੱਥੇ ਹੁਣ ਸਾਈਜ਼ ਦਾ ਪਤਾ ਹੀ ਨਹੀਂ ਹੈ ਕਿ ਕਿੰਨਾ ਸਾਈਜ਼ ਲੱਗੇਗਾ। 2 ਇੰਚ ਦਾ ਲੱਗਣਾ, 2.5 ਇੰਚ ਦਾ ਲੱਗਣਾ, ਕਿਤੇ 1.5 ਇੰਚ ਦਾ ਲੱਗ ਰਿਹਾ, ਕਿਤੇ ਤੁਹਾਨੂੰ ਸਮਝ ਲਓ ਕਿ 2.25 ਦਾ ਵੀ ਹੈ, 2.25 ਦਾ ਵੀ ਹੈ। ਸੂਤਰ ਮਾਤਰਾ ਜਿਹਨੂੰ ਕਹਿੰਦੇ ਨਾ, ਉਹ ਵਾਲਾ ਵਰਕ ਹੁੰਦਾ ਹੈ ਔਰ ਉਹਦੇ ਵਿੱਚ ਬਹੁਤ ਹੀ ਔਖ ਹੁੰਦੀ ਹੈ। ਉਹ ਬਹੁਤ, ਯਾਨੀ ਕਿ ਸਮਝ ਲਓ ਕਿ ਛੋਟੀਆਂ ਡਾਟਾਂ ਬਣ ਰਹੀਆਂ ਨੇ ਕਿ ਪੁਰਾਣੇ ਵਕਤਾਂ 'ਚ ਜਿਹੜੇ ਪੁਰਾਣੇ ਪੁੱਲ ਬਣਦੇ ਸੀ, ਪੁਰਾਣੀਆਂ ਛੱਤਾਂ ਬਣਦੀਆਂ ਸੀ, ਉਹਨਾਂ ਦੇ ਉੱਤੇ ਜਿਹੜੀਆਂ ਗੁਲਾਈਆਂ ਕੀਤੀਆਂ ਜਾਂਦੀਆਂ ਸੀ ਉਹ ਡਾਟਾਂ ਕਿੰਝ ਬਣਦੀਆਂ ਸੀ। ਅੱਜ ਮੈਂ ਆਪਣੀਆਂ ਅੱਖਾਂ ਦੇ ਨਾਲ ਉਹ ਚੀਜ਼ ਦੇਖ ਰਿਹਾ ਵਾਂ ਕਿ ਉਹ ਡਾਟ ਨੂੰ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਸੀ ਔਰ ਕਿਸ ਤਰ੍ਹਾਂ ਕਵਰ ਕੀਤਾ ਜਾਂਦਾ ਸੀ। ਇਹ ਤਾਜ਼ੀ ਬਣੀ ਹੈ, ਇਹ ਹਲੇ ਬਣਨੀ ਹੈ। ਠੀਕ ਹੈ ਜੀ। ਔਰ ਉਹ ਦੇਖੋ ਭਾਈ ਸਾਹਿਬ ਡਾਟ ਨੂੰ ਪੱਕਾ ਕਰ ਰਹੇ ਨੇ। ਉਹਦਾ ਤੁਸੀਂ ਗਰਮਾਲਾ ਦੇਖੋ, ਲਾਸਟ ਟਾਈਮ ਤੁਹਾਨੂੰ ਅਸੀਂ ਦਿਖਾਇਆ ਸੀ ਕਿ ਬਿਲਕੁਲ ਛੋਟੀ ਜੀ ਗਰਮਾਲੀ ਜਿਹਨੂੰ ਕਹਿ ਲਓ, ਅੱਧੀ ਇੰਚ ਵਾਲੀ ਜਿਹੜੀ ਹੈ, ਉਹਦੇ ਨਾਲ ਮਸਾਲਾ ਕਿੰਨਾ ਕੁ ਪੈਂਦਾ ਹੋਏਗਾ ਔਰ ਕਿੰਨਾ ਕੁ ਲੱਗਦਾ ਹੋਏਗਾ। ਸੋ ਆਪਾਂ ਕਹਿ ਸਕਦੇ ਹਾਂ ਕਿ ਵੀ ਸਭ ਤੋਂ ਔਖਾ ਕੰਮ ਜਿਹੜਾ ਹੈ ਗੁੰਮਟੀਆਂ ਦਾ ਕੰਮ ਜਿਹੜਾ ਹੈ ਬਰੀਕੀ ਦੇ ਨਾਲ ਕਰਨਾ ਹੈ ਔਰ ਉਹ ਫਿਰ ਉਹ ਆਰਕਸ ਨੂੰ ਖੜਾ ਵੀ ਰੱਖਣਾ, ਖਰਾਬ ਵੀ ਨਾ ਹੋਣ ਔਰ ਪਰਫੈਕਟ ਉਹਨਾਂ ਦਾ ਸਾਈਜ਼ ਵੀ ਸਾਰੀਆਂ ਦਾ ਇੱਕ ਜੈਸਾ ਆਵੇ। ਅਤੇ ਉਹਦੇ ਵਾਸਤੇ ਤੁਸੀਂ ਅਗਰ ਦੇਖੋ ਤਾਂ ਸਾਡੇ ਕੋਲ ਜਿਹੜੀ ਨਾਨਕਸ਼ਾਹੀ ਇੱਟ ਹੈ ਜਾਂ ਲਾਹੌਰੀ ਚੋਕਾ ਹੈ ਛੋਟਾ, ਉਹਨੂੰ ਕਟਾਈ ਜਿਹੜੀ ਹੈ ਕਰਨ ਵਾਸਤੇ ਬਕਾਇਦਾ ਤੌਰ ਦੇ ਉੱਤੇ ਗ੍ਰੈਂਡਰ ਹੈ, ਗ੍ਰੈਂਡਰ ਦੇ ਨਾਲ ਕੱਟਿਆ ਜਾਂਦਾ। ਠੀਕ ਹੈ ਜੀ। ਔਰ ਇਹ ਸਾਰਾ ਮੈਨੂਅਲ ਹੁੰਦਾ ਔਰ ਮੈਨੂਅਲ ਕੰਮ ਤੁਹਾਨੂੰ ਪਤਾ ਹਮੇਸ਼ਾ
ਜਿਹੜਾ ਉਹ ਥੋੜ੍ਹਾ ਜਿਹਾ ਨਾ ਡਿਫੀਕਲਟ ਹੁੰਦਾ ਹੈ। ਕੋਲ ਆ ਕੇ ਮੈਂ ਤੁਹਾਨੂੰ ਦਿਖਾਉਣਾ ਵਾਂ ਕਿ ਇਹਦੇ ਜਿਹੜੇ ਪੀਸ ਨੇ ਛੋਟੇ ਛੋਟੇ ਉਹ ਬਣੇ ਪਏ ਨੇ, ਕਿਸ ਤਰੀਕੇ ਨਾਲ ਕੱਟੇ ਨੇ, ਬਕਾਇਦਾ ਮਾਰਕਿੰਗ ਕੀਤੀ ਗਈ ਹੈ, ਡਿਮਾਰਕੇਸ਼ਨ ਕਰਕੇ ਇੱਟਾਂ ਨੂੰ, ਫਿਰ ਉਹਨਾਂ ਦੇ ਕੋਨੇ ਘੜੇ ਗਏ ਨੇ। ਜਿਸ ਤਰ੍ਹਾਂ ਕਿ ਆਪਾਂ ਇਹ ਦੇਖ ਸਕਦੇ ਹਾਂ, ਇੱਕ ਪੀਸ ਜਿਹੜਾ ਹੈ ਦੂਸਰੇ ਪੀਸ ਦੇ ਨਾਲ ਸਾਈਜ਼ ਨਹੀਂ ਬਰਾਬਰ ਆ ਰਿਹਾ। ਠੀਕ ਹੈ ਜੀ, ਇਹ ਗ੍ਰੈਂਡਰ ਪਿਆ ਹੋਇਆ, ਕਟਰ ਪਿਆ ਹੋਇਆ, ਠੀਕ ਹੈ ਜੀ, ਔਰ ਇਹ ਪੀਸ ਮੁਕੰਮਲ ਹੋ ਚੁੱਕਿਆ ਹੈ। ਔਰ ਦੂਸਰਾ ਪੀਸ ਇਸੇ ਤਰ੍ਹਾਂ ਹੀ ਇਹ ਚਾਰੋਂ ਪਾਸੇ ਜਿਹੜੀਆਂ ਨੇ ਛਤਰੀਆਂ ਛੋਟੀਆਂ ਜਿਹੜੀਆਂ ਨੇ ਉਹ ਬਣਨੀਆਂ ਨੇ। ਉਸ ਵੇਲੇ ਬਹੁਤ ਹੀ ਪਿਆਰਾ ਲੱਗੇਗਾ, ਖਾਸ ਕਰਕੇ ਜਦੋਂ ਇਹ ਕੰਮ ਮੁਕੰਮਲ ਹੋ ਜਾਏਗਾ। ਬਟ ਜਿਹੜੇ ਲੋਕ ਲਰਨ ਕਰਨਾ ਚਾਹੁੰਦੇ ਨੇ ਆਰਕੀਟੈਕਚਰ ਨੂੰ, ਉਹਨਾਂ ਵਾਸਤੇ ਇਹ ਵੀਡੀਓ ਜਿਹੜੀ ਹੈ ਉਹ ਬਹੁਤ ਵਧੀਆ ਰਹੇਗੀ ਕਿ ਕਾਰ ਸੇਵਾ ਜਿਹੜੀਆਂ ਨੇ ਉਹਨਾਂ ਦਾ ਨਾਮ ਸੌਖਾ ਹੈ, ਕਾਰ ਸੇਵਾ ਜਿਹੜੀ ਹੈ ਬਹੁਤ ਔਖੀ ਹੈ। ਕਹਿ ਲਓ ਇੱਕ ਤੇ ਮਨ ਦੇ ਨਾਲ, ਦੂਜਾ ਸਲੋ ਟੂ ਸਟੱਡੀ ਵਿਨ ਦੀ ਰੇਸ। All rights are reserved by a Ranjit Nigara. What's the Ranjit Nigara? Ranjit Nigara is a non-profit organization, Manteca City, California State, USA। और साढ़े हेड ਜਿਹੜੇ ਨੇ ਸਤਪ੍ਰੀਤ ਸਿੰਘ ਜੀ ਨੇ। ਔਰ ਇੱਕ ਹੋਰ ਇੰਪੋਰਟੈਂਟ ਨੋਟ ਕਿ ਰਣਜੀਤ ਨਿਗਾਰਾ ਦੀ ਕੋਈ ਵੀ ਬ੍ਰਾਂਚ ਪੂਰੀ ਦੁਨੀਆ ਭਰ ਦੇ ਵਿੱਚ USA ਤੋਂ ਇਲਾਵਾ ਕਿਤੇ ਵੀ ਨਹੀਂ ਹੈ, ਕਿਸੇ ਵੀ ਕੰਟੀਨੈਂਟ ਦੇ ਵਿੱਚ ਕੋਈ ਬ੍ਰਾਂਚ ਵੀ ਨਹੀਂ ਹੈ। ਤੁਸੀਂ ਹਰ ਕਿਸਮ ਦੀ ਸੇਵਾ ਕਰਨ ਵਾਸਤੇ ਜਾਂ ਕੋਈ ਵੀ ਤੁਹਾਨੂੰ ਕਿਊਰੀ ਹੈ, ਤੁਸੀਂ ਕੁਛ ਵੀ ਪੁੱਛਣਾ ਚਾਹੁੰਦੇ ਹੋ, ਆਪਣਾ ਨੌਲੇਜ ਸ਼ੇਅਰ ਕਰਨਾ ਚਾਹੁੰਦੇ ਹੋ, ਤੇ ਤੁਸੀਂ ਰਣਜੀਤ ਨਿਗਾਰਾ ਦੇ ਆਫੀਸ਼ੀਅਲ ਵੈਬ ਪੇਜ, YouTube, Facebook ਦੇ ਉੱਤੇ ਭਾਈ ਸਤਪ੍ਰੀਤ ਸਿੰਘ ਜੀ ਔਰ ਬਾਕੀ ਸਾਡੇ ਜਿਹੜੇ ਅਮਰੀਕ ਪਲਹਾ ਜੀ ਨੇ, ਹੋਰ ਬਾਕੀ ਸਾਰੀਆਂ ਜਿਹੜੀਆਂ ਟੀਮਾਂ ਨੇ, ਉਹਨਾਂ ਨਾਲ ਕਿਸੇ ਵਕਤ ਵੀ ਤੁਸੀਂ ਰਾਬਤਾ ਕਰ ਸਕਦੇ ਹੋ ਔਰ ਸੇਵਾ ਦੇ ਮੁਤਲਕ ਜਾਣਕਾਰੀ ਲੈ ਸਕਦੇ ਹੋ। ਕਾਫੀ ਲੋਕ ਕਹਿ ਰਹੇ ਨੇ ਕਿ ਫਲਾਂ ਜਗ੍ਹਾ ਤੇ ਗੁਰੂ ਘਰ ਹੈ, ਫਲਾਂ ਜਗ੍ਹਾ ਤੇ ਗੁਰੂ ਘਰ ਹੈ, ਇਸ ਜਗ੍ਹਾ ਤੇ ਗੁਰੂ ਘਰ ਹੈ, ਉਸ ਜਗ੍ਹਾ ਤੇ ਗੁਰੂ ਘਰ ਹੈ, ਲੇਕਿਨ ਫਿਲ ਵਕਤ ਜਿਹੜੀ ਪਰਮਿਸ਼ਨ ਹੈ ਉਹ ਹੈ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਹਾ ਬਾਬਾ ਗੁਰੂ ਨਾਨਕ ਸਾਹਿਬ, ਗੁਰਦੁਆਰਾ ਭਾਈ ਕਰਮ ਸਿੰਘ ਜੇਹਲਮ ਔਰ ਮਾਤਾ ਸਾਹਿਬ ਕੌਰ ਜੀ ਰੋਹਤਾਸ ਦੇ ਅੰਦਰ। ਇਹ ਤਿੰਨ ਜਿਹੜੇ ਗੁਰੂ ਘਰ ਨੇ, ਇਹਨਾਂ ਦੀ ਸੇਵਾ ਪਹਿਲੇ ਮੁਕੰਮਲ ਹੋ ਜਾਏ, ਫਿਰ ਉਸ ਤੋਂ ਬਾਅਦ ਤੁਸੀਂ ਅੱਗੇ ਡਿਮਾਂਡ ਕਰੋ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ, ਤੁਸੀਂ ਕੀ ਕਰਵਾਉਣਾ ਚਾਹੁੰਦੇ ਹੋ। ਈਸਟ ਪੰਜਾਬ ਦੇ ਉੱਤੋਂ ਵੀ ਲੋਕਾਂ ਦੇ ਬਹੁਤ ਮੈਸੇਜ ਹੁੰਦੇ ਨੇ, ਸਾਡੇ ਹੈੱਡ ਆਫਿਸ ਨੂੰ ਵੀ ਜਾਂਦੇ ਨੇ। ਤੇ ਸੋ ਪਲੀਜ਼ ਬੀ ਵਰ ਐਂਡ ਕੇਅਰਫੁਲ ਕਿ ਕੋਈ ਵੀ ਬੰਦਾ ਤੁਹਾਡੇ ਤੋਂ ਅਗਰ ਕਿਸੇ ਕਿਸਮ ਦੀ ਵੀ ਸੇਵਾ ਲਈ ਜਾਂ ਕਹਿੰਦਾ ਹੈ ਕਿ ਮੈਂ ਕੰਟਰੀ ਹੈੱਡ ਹਾਂ ਜਾਂ ਮੈਂ ਕੰਟਰੀ ਡਾਇਰੈਕਟਰ ਹਾਂ, ਤੇ ਉਹ ਤੁਹਾਡੇ ਨਾਲ ਝੂਠ ਬੋਲ ਰਿਹਾ। ਸੋ ਮੈਂ ਤੁਹਾਨੂੰ ਦੱਸਿਆ ਕਿ ਅਮਰੀਕਾ ਤੋਂ ਇਲਾਵਾ, ਮੰਟੀਕਾ ਸਿਟੀ, ਕੈਲੀਫੋਰਨੀਆ ਸਟੇਟ ਤੋਂ ਇਲਾਵਾ ਕੋਈ ਵੀ ਸਬ ਬ੍ਰਾਂਚ ਔਰ ਕੋਈ ਵੀ ਆਫਿਸ ਜਿਹੜਾ ਪੂਰੀ ਦੁਨੀਆ ਭਰ 'ਚ ਨਹੀਂ, ਈਵਨ ਪਾਕਿਸਤਾਨ 'ਚ ਜਿੱਥੇ ਸੇਵਾ ਚੱਲ ਰਹੀ ਹੈ, ਔਨ ਦਾ ਸਪੌਟ ਵੀ ਕੋਈ ਸੇਵਾ ਇਕੱਠੀ ਨਹੀਂ ਕੀਤੀ ਜਾਂਦੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ। ਅੱਜ ਵਰਲਡ ਹੈਰੀਟੇਜ ਦੇ ਹਵਾਲੇ ਦੇ ਨਾਲ ਵੀ ਅਸੀਂ ਤੁਹਾਨੂੰ ਦੱਸਦੇ ਚੱਲੀਏ ਕਿ ਅਸੀਂ ਇਸ ਹੈਰੀਟੇਜ ਨੂੰ ਪ੍ਰਜ਼ਰਵ ਕਰਨ ਦਾ ਜਿਹੜਾ ਹੈ ਸਿਰਾ ਹੈ ਉਹ ਤਾਂ ਰਣਜੀਤ ਨਿਗਾਰਾ ਕੋਲ ਹੀ, ਲੇਕਿਨ ਬਹੁਤ ਜ਼ਿਆਦਾ ਸਾਰੇ ਲੋਕ ਕਹਿੰਦੇ ਨੇ ਕਿ ਜੁਆਇਨ ਦਾ ਹੈਂਡਸ ਔਰ ਫਿਰ ਉਹਨੂੰ ਬਣਾਇਆ ਜਾਂਦਾ ਹੈ। ਅਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਕਿ ਅੱਜ ਵਰਲਡ ਹੈਰੀਟੇਜ ਦੇ ਉੱਤੇ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਆਓ ਸਾਰੇ ਰਲ ਕੇ ਆਪਣੇ ਕੱਲ੍ਹ ਨੂੰ ਬਚਾਈਏ, ਆਪਣੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਦੇ ਤੱਕ ਕਿ ਸਾਡਾ ਕੱਲ੍ਹ ਜਿਹੜਾ ਸੀ ਉਹ ਕਿੰਨਾ ਤਾਬਨਾਕ ਸੀ, ਉਹ ਕਿੱਡਾ ਸੋਹਣਾ ਸੀ। ਔਰ ਆਉਣ ਵਾਲੀ ਜਨਰੇਸ਼ਨਸ ਜਿਹੜੀਆਂ ਨੇ ਉਹ ਪੁੱਛਣਗੀਆਂ ਜ਼ਰੂਰ, ਉਹ ਯਾਦ ਜ਼ਰੂਰ ਕਰਨਗੀਆਂ ਕਿ ਸਾਡੇ ਵੱਡੇ ਜਿਹੜੇ ਸੀ ਉਹ ਸਾਡੇ ਲਈ ਕੀ ਛੱਡ ਕੇ ਗਏ। ਠੀਕ ਹੈ ਜੀ, ਵਿਰਸਾ ਸਾਂਭਣਾ ਜਿਹੜਾ ਉਹ ਹਰ ਇੱਕ ਦੇ ਵਿਰਸੇ ਦੀ ਗੱਲ, ਵੱਸ ਦੀ ਗੱਲ ਨਹੀਂ ਹੈ। ਸੋ ਪਲੀਜ਼ ਵਿਰਸੇ ਨੂੰ ਬਚਾਓ, ਹੈਰੀਟੇਜ ਨੂੰ ਬਚਾਓ, ਹਿਸਟੋਰੀਕਲ ਬਿਲਡਿੰਗਸ ਨੂੰ ਬਚਾਓ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ। ਰੱਬ ਰਾਖਾ।